परम सन्मान ते सत्कारयोग सतगुरु साहिब श्री गुरु ग्रंथ साहिब जी जिन्हां दी पावन पवित्र हजूरी विच आप सरबत सिख संगत सब माई भाई सतगुरां दी निकी गोद अंदर अमृत वेले तो गुरु चरणां दी हाजरी भर रही सारी संगत आओ सरबत सिख संगत जितना कुछ समा सतगुरु जी बख्शिश करते हैं ते गुरु पातशाह जी के पावन पवित्र चरणां दे नाल जुड़ करके अज दे पावन मुख बाग जो कि कुल कायनात कुल मनुखता लई सर्ब सांझी बालता दा उपदेश देंदे ने गुरु पातशाह। आओ सारे रल मिल करके गुरु पातशाह जी के पावन बचनां नूं श्रवण करन दा यतन करिए। मुख रसना नूं पवित्र करो, गुरफतेह दी सांझ पाओ। आखो जी वाहिगुरू जी का खालसा, वाहिगुरू जी की फतेह। वाहिगुरू जी धनासरी महला पंजवा घर 12वां। सतगुरु साहिब श्री गुरु अर्जन देव साहिब पातशाह 12वें घर दे अंदर शब्द की आरंभता तो पहला उस अकाल पुरख वाहिगुरू जी का मंगल उचारण करते हैं। एक ओंकार सतगुर प्रसाद। एक ओंकार इहदे अर्थ वैसे आप सब नूं पता है क्योंकि आपां हर रोज़ विचारते हैं। परमेश्वर एक है। ओंकार तो पहला भी जपदे सी गुरु नानक देव साहब तो वेखो कोई ओम जपदा सी, कोई ओंकार जपदा सी, कोई ओनम जपदा सी। ओंकार तो पहला भी प्रचलित सी पर इस ओंकार दे बहुत ज़्यादा रूप बनाए हुए सन मनुखता ने। इस करके गुरु नानक देव साहिब पातशाह जी ने ओंकार शब्द के अगे एक शब्द की वरतों की। तुसी कदे एक गल होर ध्यान नाल देखियो भाई, जिथे भी तुहानू एक ओंकार लिखिया मिलेगा सिर्फ अंकां दे विच मिलेगा। जे पंजाबी शब्दां दे विच जां गुरमुखी शब्दां दे विच तुहानू एक ओंकार किते भी नज़र नहीं आवेगा जी। क्योंकि जेकर शब्दां दे विच एक ओंकार लिखिया जांदा फिर बहुत सारे शब्दां की वरतों करनी पैंदी। ईड़ी नूं सियारी उत्ते अधक कक्का एक। शब्दां दे विच एक लिखे दे बहुत सारे अर्थ बन सकते हैं। शब्दां दे विच एक लिखे दे बहुत सारे अर्थ बन सकते हैं क्योंकि मात्रा बहुत लग जांदियां ने। पर जिहड़ा अंकां दे विच एक लिखिया जावे उस एक तो एक दा अर्थ सिर्फ एको ही हुंदा है भी बस एक है, दूजा कोई नहीं। इस करके ओंकार है ना जिहड़ा एक है, उहदा शरीक कोई नहीं, उहदे बराबर दा होर कोई नहीं। ते सतगुरु दे प्रसाद, इत्थे प्रसाद दा अर्थ देग नहीं हुंदी जी। इत्थे भी तुसीं लिखिआ पढ़ो ना भी सतगुर प्रसाद। प्रसाद शब्द का अखरी अर्थ बनता है जी बख्शिश, किरपा।
ਜਿਹੜਾ ਓੰਕਾਰ ਹੈ ਉਹ ਇੱਕ ਹੈ, ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਨੂੰ ਜਾਣਿਆ ਜਾ ਸਕਦਾ ਹੈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਬੰਦਨਾ, ਬੰਦਨਾ ਦਾ ਭਾਵ ਹੁੰਦਾ ਨਮਸਕਾਰ। ਆਪਾਂ ਕਹਿੰਦੇ ਨੇ ਵੀ ਭਾਈ ਤੈਨੂੰ ਨਮਸਕਾਰ ਹੈ, ਤੈਨੂੰ ਮੇਰੀ ਬੰਦਨਾ ਹੈ। ਤੇ ਉਸ ਪ੍ਰਮਾਤਮਾ ਨੂੰ ਨਮਸਕਾਰ ਹੈ ਤੇ ਉਹਦੇ ਅੱਗੇ ਇੱਕ ਫਰਿਆਦ ਕਰਿਆ ਕਰ ਕਿ ਹੇ ਮੇਰੇ ਮਾਲਕਾ, ਤੈਨੂੰ ਮੇਰੀ ਨਮਸਕਾਰ ਹੈ, ਤੈਨੂੰ ਮੇਰੀ ਡੰਡੌਤ ਹੈ, ਪਰ ਮੇਰੇ ਤੇ ਇੱਕ ਕਿਰਪਾ ਕਰ ਕਿ ਮੈਨੂੰ ਐਸੀ ਬਖਸ਼ਿਸ਼ ਕਰ ਦੇ ਕਿ ਮੈਂ ਉਸ ਤੇਰੇ ਗੁਣਾਂ ਨੂੰ ਗਾਉਂਦਾ ਰਵਾਂ। ਇਹ ਗੁਰੂ ਕੋਲੋਂ ਮੰਗਣਾ ਹੈ ਭਾਈ। ਆਪਾਂ ਜਦੋਂ ਗੁਰੂ ਕੋਲੋਂ ਹੋਰ ਪਦਾਰਥ ਮੰਗਦੇ ਆ ਨਾ ਜੀ, ਤੇ ਗੁਰੂ ਕੋਲੋਂ ਇੱਕ ਐਸਾ ਪਦਾਰਥ ਮੰਗੀਏ ਜਿਹਦੇ ਵਿੱਚ ਸਾਰੇ ਪਦਾਰਥ ਆ ਜਾਂਦੇ ਨੇ। ਉਹ ਹੈ ਵਾਹਿਗੁਰੂ ਜੀ ਦਾ ਜਸ, ਵਾਹਿਗੁਰੂ ਜੀ ਦਾ ਨਾਮ। ਤੇ ਜਦੋਂ ਗੁਰੂ ਕੋਲੋਂ ਉਹਦਾ ਜਸ ਮੰਗਾਂਗੇ, ਕਿਰਪਾ ਗੁਰੂ ਦੀ ਹੋ ਗਈ, ਤੇ ਫਿਰ ਅਸੀਂ ਉਹਦਾ ਨਾਮ ਜਪਾਂਗੇ, ਫਿਰ ਦੁਨੀਆ ਦੇ ਸਾਰੇ ਪਦਾਰਥਾਂ ਦਾ ਸੁੱਖ ਸਾਨੂੰ ਨਾਮ ਵਿੱਚੋਂ ਮਿਲੇਗਾ। ਇਸ ਕਰਕੇ ਹਮੇਸ਼ਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਹਮੇਸ਼ਾ ਗੁਰੂ ਕੋਲੋਂ ਇੱਦਾਂ ਬੇਨਤੀ ਦੇ ਰੂਪ ਵਿੱਚ ਮੰਗਿਆ ਕਰ, ਹੇ ਮਾਲਕਾ ਤੇਰੇ ਚਰਨਾਂ 'ਤੇ ਮੇਰੀ ਨਮਸਕਾਰ ਹੈ, ਤੇਰੇ ਚਰਨਾਂ 'ਤੇ ਮੇਰੀ ਨਮਸਕਾਰ ਹੈ, ਤੇ ਤੂੰ ਐਸੀ ਕਿਰਪਾ ਕਰ ਕਿ ਮੈਨੂੰ ਤੇਰੇ ਗੁਣ ਗਾਉਣ ਦੀ ਸਮਰੱਥਾ ਬਖਸ਼ ਦੇ, ਤੇਰੇ ਗੁਣ ਗਾਉਣ ਦੀ ਜਾਂਚ ਸਿਖਾ ਦੇ। ਗੁਣ ਗਾਵੋ ਗੋਪਾਲ ਰਾਏ। ਦੂਜਾ ਅਰਥ ਇਹਦਾ ਇਹ ਕਰਨਾ ਹੈ ਭਾਈ, ਉਸ ਪਰਮਾਤਮਾ ਅੱਗੇ ਨਮਸਕਾਰ ਹੈ, ਉਸ ਨੂੰ ਨਮਸਕਾਰ ਹੈ। ਹੇ ਗੁਰਮੁਖ ਜਨੋ, ਉਸ ਮਾਲਕ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰੋ। ਸਤਿਗੁਰੂ ਜੀ ਨੇ ਪਹਿਲੀ ਤੁਕ 'ਤੇ ਹੀ ਇੱਥੇ ਵਿਸਰਾਮ ਦੇ ਦਿੱਤਾ। ਪਹਿਲੀ ਤੁਕ 'ਤੇ ਹੀ ਗੁਰੂ ਪਾਤਸ਼ਾਹ ਨੇ ਵਿਸਰਾਮ ਦੇ ਦਿੱਤਾ। ਵਿਸਰਾਮ ਦਾ ਅਰਥ ਹੁੰਦਾ ਹੈ, ਰਹਾਉ ਦਾ ਅਰਥ ਹੁੰਦਾ ਰੁਕਣਾ। ਧਿਆਨ ਦਿਓ ਜੀ, ਜਿੱਥੇ ਕਿਤੇ ਰਹਾਉ ਸ਼ਬਦ ਆ ਜਾਵੇ ਨਾ, ਉਹਦਾ ਅਰਥ ਹੁੰਦਾ ਜੀ ਰੁਕਣਾ, ਠਹਿਰਨਾ। ਠਹਿਰਨ ਦਾ ਭਾਵ ਕੀ ਹੁੰਦਾ ਹੈ ਵੀ ਜਿਹੜਾ ਸ਼ਬਦ ਉੱਪਰ ਉਚਾਰਨ ਕੀਤਾ ਗਿਆ, ਜਿਵੇਂ ਮੰਨ ਲਓ ਇਹ ਸ਼ਬਦ ਦੇ ਉੱਪਰਲੀ ਤੁਕ ਹੈ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਜਿਹੜਾ ਸ਼ਬਦ ਉੱਪਰ ਉਚਾਰਨ ਕੀਤਾ ਗਿਆ ਉਸ ਸ਼ਬਦ 'ਤੇ ਰੁਕ ਕੇ ਵਿਚਾਰ ਕਰ। ਬਾਕੀ ਸਾਰਾ ਸ਼ਬਦ ਉਹਦੇ ਆਲੇ ਦੁਆਲੇ ਹੀ ਘੁੰਮਦਾ ਹੁੰਦਾ ਹੈ, ਕਿ ਜਿਹੜਾ ਰਹਾਉ ਵਾਲਾ ਬੰਦ ਹੁੰਦਾ ਹੈ ਨਾ ਭਾਈ, ਉਹ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਤੇ ਅੱਗੇ ਸਤਿਗੁਰੂ ਜੀ ਵਿਸਰਾਮ ਉਪਰੰਤ ਬਚਨ ਕਰਦੇ ਹਨ, ਭਾਗ ਭੇਟੇ ਗੁਰਦੇਵਾ। ਵੱਡਿਆਂ ਭਾਗਾਂ ਕਰਕੇ ਸਾਡਾ ਗੁਰਦੇਵ ਨਾਲ, ਗੁਰਦੇਵ ਭਾਵ ਗੁਰੂ ਨਾਲ। ਕਿਉਂਕਿ ਇੱਕ ਗੱਲ ਸੁਣਿਓ ਜੀ, ਸਾਡੇ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਦੇਵਤੇ ਵੀ ਨੇ ਤੇ ਗੁਰੂ ਵੀ ਨੇ। ਦੇਵਤੇ ਦੇ ਕਈ ਅਰਥ ਨੇ ਜੀ ਗੁਰਬਾਣੀ ਦੇ ਵਿੱਚ। ਦੇਵਤੇ ਦਾ ਅਰਥ ਪ੍ਰਕਾਸ਼ ਰੂਪ ਵੀ ਹੁੰਦਾ। ਆਪਾਂ ਤੇ ਦੇਵਤੇ ਕਹਿੰਦੇ ਆ ਜੀ ਆਮ ਵੀ, ਚਲੋ ਫਲਾਣਾ ਦੇਵਤਾ, ਇੱਦਾਂ ਦੇਵਤਾ, ਚੰਗੀਆਂ ਰੂਹਾਂ ਨੂੰ ਚਲੋ ਦੇਵਤਾ ਕਹਿ ਦਿੰਦੇ ਨੇ। ਲੇਕਿਨ ਦੇਵਤੇ ਦਾ ਗੁਰਬਾਣੀ ਨੇ ਅਰਥ ਕੀਤਾ ਜੀ ਪ੍ਰਕਾਸ਼, ਗਿਆਨ ਦੇਣ ਵਾਲਾ। ਤੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਗੁਰੂ ਨਾਨਕ ਦੇਵ ਸਭ ਤੋਂ ਵੱਡਾ ਗਿਆਨੀ ਕੋਈ ਹੈ? ਜਿਹੜੀ ਸਾਇੰਸ ਅੱਜ ਧਰਤੀਆਂ ਦੀ ਗਿਣਤੀ ਕਰ ਰਹੀ ਹੈ, ਧਰਤੀਆਂ ਦੀ ਖੋਜ ਕਰ ਰਹੀ ਹੈ, ਬਾਬੇ ਨਾਨਕ ਨੇ ਅੱਜ ਤੋਂ 550 ਸਾਲ ਪਹਿਲਾਂ ਕਹਿ ਦਿੱਤਾ, ਧਰਤੀ ਹੋਰ ਪਰੈ ਹੋਰ ਹੋਰ। ਜਿਹੜਾ ਕੁਝ ਸਾਇੰਸ ਅੱਜ ਸਿੱਧ ਕਰ ਰਹੀ ਹੈ, ਗੁਰੂ ਨਾਨਕ ਦੇਵ ਸਾਹਿਬ ਨੇ ਬਹੁਤ ਲੰਬਾ ਸਮਾਂ ਪਹਿਲਾਂ ਕਰ ਦਿੱਤਾ। ਇੱਕ ਗੱਲ ਹੋਰ ਸੁਣਿਓ ਜੀ, ਗੁਰਦੇਵ ਸ਼ਬਦ ਦਾ ਅਰਥ ਗੁਰੂ ਨਾਨਕ ਦੇਵ ਸਾਹਿਬ ਨਾਲ ਜੋੜ ਲਿਆ ਕਰੋ। ਗੁਰਦੇਵ ਸ਼ਬਦ ਦਾ ਅੱਖਰੀ ਅਰਥ, ਉੱਦਾਂ ਤੇ ਗੁਰਦੇਵ 50 ਹੈ ਭਾਈ, ਬੜੇ ਨਾਮ ਹੁੰਦੇ ਨੇ, ਫਲਾਣਾ ਗੁਰਦੇਵ। ਜਿੱਥੇ ਕਿਤੇ ਗੁਰਬਾਣੀ ਦੇ ਵਿੱਚ ਗੁਰਦੇਵ ਆ ਜਾਏ, ਉੱਥੇ ਤੁਸੀਂ ਅਰਥ ਗੁਰੂ ਨਾਨਕ ਦੇਵ ਸਾਹਿਬ ਨਾਲ ਜੋੜ ਲਿਆ ਕਰੋ। ਕਿਉਂਕਿ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਜੀ ਕਠਾ ਕੁੰਡਲ।
ਧਿਆਨ ਦਿਓ। ਸੰਸਕ੍ਰਿਤ ਦਾ ਇੱਕ ਸ਼ਬਦ ਹੈ ਕਠਾ ਕੁੰਡਲ, ਤੇ ਵਿਆਕਰਣ ਦੇ ਵਿੱਚ ਉਹਦੇ ਅਰਥ ਕੀਤੇ ਨੇ ਜਿਹੜਾ ਕੜਾਹਾ ਹੁੰਦਾ ਹੈ ਜੀ, ਆਪਾਂ ਘਰਾਂ 'ਚ ਵੀ ਰੱਖਦੇ ਹਾਂ ਛੋਟੀਆਂ ਕੜਾਹੀਆਂ, ਕੜਾਹਾ ਪ੍ਰਸ਼ਾਦ ਬਣਾਉਣ ਵਾਲਾ, ਤੇ ਉਹਦੇ ਲਾਂਭੀ ਕੁੰਡੇ ਲੱਗੇ ਨੇ, 2 ਕੁੰਡੇ ਲੱਗੇ ਹੁੰਦੇ, ਇੱਕ ਉੱਧਰ ਇੱਕ ਉੱਧਰ। ਚੱਕਦੇ ਆਪਾਂ ਕੁੰਡਿਆਂ ਤੋਂ ਫੜ ਕੇ ਐ, ਲੇਕਿਨ ਵਿਚਕਾਰਲੇ ਹਿੱਸੇ ਨੂੰ ਜਿਹੜਾ ਉਸ ਕੜਾਹੇ ਦਾ ਵਿਚਕਾਰਲਾ ਹਿੱਸਾ ਉਹਨੂੰ ਕੋਈ ਹੱਥ ਨਹੀਂ ਪਾਉਂਦਾ। ਸਾਈਡਾਂ ਤੋਂ ਚੱਕਿਆ ਤੇ ਵਿਚਕਾਰਲਾ ਹਿੱਸਾ ਆਪਣੇ ਆਪ ਚੱਕਿਆ ਜਾਂਦਾ ਹੈ। ਜਿੱਥੇ ਕਿਤੇ ਗੁਰਦੇਵ ਸ਼ਬਦ ਆ ਜਾਵੇ ਉਹ ਕੜਾਹੇ ਦੀ ਵਾਂਗ ਗੁਰੂ ਨਾਨਕ ਦੇਵ, ਅੱਗੇ ਗੁਰੂ ਪਿੱਛੇ ਦੇਵਤੇ ਦਾ ਮਤਲਬ ਵਿਚਾਲੇ ਨਾਨਕ ਹੈ, ਕਿਉਂਕਿ ਗੁਰੂ ਨਾਨਕ ਹੀ ਹੈ ਜਿਹੜਾ ਗੁਰੂ ਤੇ ਦੇਵਤਾ ਹੋਇਆ ਹੈ, ਜਿਹੜਾ ਪ੍ਰਕਾਸ਼ ਰੂਪ ਹੋਇਆ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਜੈਸਾ ਨਾਹੀ ਕੋ ਦੇਵ। ਇਸ ਕਰਕੇ ਵੱਡਾ ਭਾਗ ਭੇਟੇ, ਭੇਟੇ ਦਾ ਅਰਥ ਹੁੰਦਾ ਹੈ ਮਿਲਾਪ ਹੋਣਾ। ਜਿਵੇਂ ਹੁਣ ਆਪਣਾ ਗੁਰੂ ਨਾਲ ਮਿਲਾਪ ਹੋਇਆ ਜੀ, ਵੇਖੋ ਗੁਰੂ ਗ੍ਰੰਥ ਸਾਹਿਬ ਨਾਲ ਆਪਣਾ ਮਿਲਾਪ ਹੋਇਆ, ਸਾਰਿਆਂ ਦਾ ਆਪਾਂ ਬੈਠੇ ਹਾਂ, ਤੇ ਇਹਦਾ ਮਤਲਬ ਸਾਡੇ ਭਾਗ ਵੱਡੇ ਨੇ ਜਿਹੜਾ ਗੁਰੂ ਨਾਲ ਮਿਲਾਪ ਹੋ ਗਿਆ। ਵੱਡਾ ਭਾਗ ਭੇਟੇ ਗੁਰਦੇਵਾ, ਵੱਡਿਆਂ ਭਾਗਾਂ ਕਰਕੇ ਹੀ ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਅਪਰਾਧ ਪਤਾ ਨਹੀਂ ਅਸੀਂ ਕਿਹੜੇ ਕਿਹੜੇ ਜਨਮ ਵਿੱਚ ਕਿਹੜੇ ਕਿਹੜੇ ਅਪਰਾਧ ਕੀਤੇ ਹੋਣ। ਕਈ ਵਾਰੀ ਨਾ ਜੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਮੈਂ ਸੋਚਾਂ ਵੀ ਸ਼ਾਇਦ ਮੈਂ ਇਸ ਜਨਮ ਵਿੱਚ ਕੋਈ ਅਪਰਾਧ ਨਹੀਂ ਕੀਤਾ। ਗੁਰਬਾਣੀ ਨੇ ਇਸ ਗੱਲ ਨੂੰ ਮੰਨ ਲਿਆ, ਪੂਰਬ ਜਨਮ ਅੰਕਰ ਜਬ ਪ੍ਰਗਟਿਓ ਭੇਟਿਓ ਪੁਰਖ ਰਸਕ ਬਹਿ ਰਾਗੀ। ਜਾਂ ਗੁਰਬਾਣੀ ਇਸ ਗੱਲ ਨੂੰ ਵੀ ਮੰਨਦੀ ਹੈ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਿਆਹੋ। ਜੇ ਜਨਮਾਂ ਜਨਮਾਤਰਾਂ ਦੀ ਮੈਲ ਸਾਡੇ ਮਨ ਨੂੰ ਲੱਗ ਸਕਦੀ ਹੈ, ਇਹਦਾ ਮਤਲਬ ਪਿਛਲੇ ਜਨਮਾਂ ਦੇ ਵਿੱਚ ਪਤਾ ਨਹੀਂ ਅਸੀਂ ਕਿੰਨੇ ਕੁ ਅਪਰਾਧ ਕੀਤੇ ਹੋਣਗੇ। ਕਈਆਂ ਦਾ ਕਰਮਾਂ ਦਾ ਫਲ ਭੋਗ ਰਹੇ ਹਾਂ, ਕਈਆਂ ਦਾ ਭੋਗਣਾ ਹੈ। ਸੋ ਇਸ ਕਰਕੇ ਜਿਹੜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਰਾਧ ਕਮਾਏ ਨੇ, ਪਾਪ ਕੀਤੇ ਨੇ, ਗੁਨਾਹ ਕੀਤੇ ਨੇ, ਜਦੋਂ ਤੂੰ ਕਿਤੇ ਵੱਡੇ ਭਾਗਾਂ ਦੇ ਨਾਲ ਗੁਰੂ ਨਾਲ ਮਿਲ ਕੇ ਗੁਰੂ ਦੀ ਸੇਵਾ ਵਿੱਚ ਲੱਗ ਗਿਆ ਨਾ ਭਾਈ, ਕੋਟ ਅਪਰਾਧ ਮਿਟੇ ਹਰ ਸੇਵਾ, ਤੇ ਤੇਰੇ ਕਰੋੜਾਂ ਅਪਰਾਧ ਮਿਟ ਜਾਣਗੇ ਪ੍ਰਮਾਤਮਾ ਦੀ ਸੇਵਾ ਕਰਨ ਨਾਲ, ਗੁਰੂ ਦੀ ਸੇਵਾ ਕਰਨ ਨਾਲ। ਹੁਣ ਇੱਥੇ ਥੋੜ੍ਹਾ ਜਿਹਾ ਧਿਆਨ ਨਾਲ ਸਮਝਿਓ, ਗੁਰੂ ਦੀ ਸੇਵਾ ਕੀ ਹੈ। ਕਈ ਵਾਰੀ ਨਾ ਜੀ ਅੱਜ ਕੱਲ੍ਹ ਤਾਂ ਹਰੇਕ ਹੀ ਕਹਿੰਦਾ ਵੀ ਮੈਂ ਸੇਵਾ ਕਰਦਾ। ਧਿਆਨ ਨਾਲ ਥੋੜ੍ਹਾ ਜਿਹਾ ਸੁਣ ਲਿਓ ਸੇਵਾ ਪ੍ਰਤੀ। ਸਭ ਤੋਂ ਪਹਿਲੀ ਸੇਵਾ ਕੀ ਹੈ, ਸੇਵਾ ਹੁੰਦੀ ਕੀ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਸੁਣ ਲਿਓ। ਔਰ ਕਿਹੜੀ ਸੇਵਾ ਗੁਰੂ ਘਰ ਵਿੱਚ ਪ੍ਰਵਾਨ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਆਸਾ ਜੀ ਦੀ ਵਾਰ ਦੇ ਵਿੱਚ ਇੱਕ ਬਚਨ ਕਰਦੇ ਨੇ, ਉਹਦੇ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿਹੜੀ ਸੇਵਾ ਪ੍ਰਵਾਨ ਹੈ। ਹੁਣ ਕਈ ਵਾਰੀ ਤਾਂ ਆਪਾਂ ਆਮ ਘਰਾਂ 'ਚ ਵੇਖਦੇ ਹਾਂ, ਖੇਤਾਂ 'ਚ ਕਿਸੇ ਦੇ 4 ਕਿੱਟਾਂ ਰੱਖੀਆਂ ਹੁੰਦੀਆਂ, ਮਟੀ ਬਣਾਈ ਹੁੰਦੀ, ਮੜੀ ਬਣਾਈ, ਅਤੇ ਬਹੁਤ ਸਾਰੇ ਲੋਕ ਉੱਥੇ ਲੱਸੀ ਪਾਉਣ ਨੂੰ ਹੀ ਕਹਿੰਦੇ ਵੀ ਮੈਂ ਤਾਂ ਹੁਣ ਵਡੇਰਿਆਂ ਦੀ ਸੇਵਾ ਕਰਨ ਚੱਲਾ। ਕੋਈ ਬੁੱਤ ਪ੍ਰਸਤੀ ਪੂਜਦਾ ਫਿਰਦਾ, ਬੁੱਤ ਪੂਜਦਾ ਫਿਰਦਾ, ਉਹ ਵੀ ਕਹਿੰਦਾ ਮੈਂ ਤਾਂ ਹੁਣ ਸੇਵਾ ਕਰਨ ਚੱਲਾ। ਅਤੇ ਕੋਈ ਨਸ਼ੇ ਪੱਤੇ ਪੀਣ ਵਾਲੇ ਸਾਧਾਂ ਦੇ ਡੇਰਿਆਂ 'ਤੇ ਵੀ ਤੁਰੇ ਫਿਰਦੇ, ਬੀੜੀਆਂ ਬੱਤੀਆਂ ਸਿਰਗਟਾਂ ਪੀਂਦੇ, ਉੱਥੇ ਮਾਂਜਾ ਮਾਰ ਕੇ ਝਾੜੂ ਲਾ ਕੇ ਕਹਿੰਦੇ ਮੈਂ ਬਾਬੇ ਦੀ ਸੇਵਾ ਕਰ ਦਿੱਤੀ। ਬਹੁਤ ਪ੍ਰਕਾਰ ਦੀ ਸੇਵਾ ਹੁੰਦੀ ਹੈ ਨਾ ਜੀ। ਪਰ ਸਿੱਖ ਲਈ ਸੇਵਾ ਕੀ ਹੈ, ਸੁਣੋ ਕਿਹੜੀ ਸੇਵਾ ਪ੍ਰਵਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਮਨ ਮੰਨੇ ਦਾ ਭਾਵ ਤੁਸੀਂ ਸਮਝਦੇ ਹੋ ਵੀ ਤੇਰੀ ਸੇਵਾ ਉਹ ਸਫਲ ਹੋਵੇਗੀ ਜਿਹੜੀ ਤੇ ਗੁਰੂ ਖੁਸ਼ ਹੋ ਜਾਵੇ, ਜਿਹੜੀ ਗੁਰੂ ਨੂੰ ਚੰਗੀ ਲੱਗੇ। ਹੁਣ ਜਿਹੜੀ ਗੁਰੂ ਨੂੰ ਚੰਗੀ ਨਹੀਂ ਲੱਗਦੀ ਤੇ ਉਹਨੂੰ ਆਪਾਂ ਸੇਵਾ ਹੀ ਨਹੀਂ ਕਹਿ ਸਕਦੇ ਭਾਈ, ਧੱਕੇ ਤੇ ਕਹਿ ਸਕਦੇ ਹਾਂ ਵੀ ਕਿਤੇ ਧੱਕੇ ਖਾਏ ਆ। ਜਿਹੜੀ ਸੇਵਾ, ਹੁਣ ਇਹ ਵੀ ਧਿਆਨ ਦਿਓ ਤੇ ਗੁਰੂ ਨੂੰ ਸੇਵਾ ਕਿਹੜੀ ਚੰਗੀ ਲੱਗਦੀ ਹੈ।
ਤੇ ਗੁਰੂ ਨੂੰ ਸੇਵਾ ਚੰਗੀ ਲੱਗਦੀ ਸਿਰਫ ਪੂਰੇ ਗੁਰੂ ਦੀ। ਗੁਰੂ ਨੂੰ ਸੇਵਾ ਚੰਗੀ ਲੱਗਦੀ ਹੈ ਮਨੁੱਖਤਾ ਦੀ, ਜੋ ਗੁਰੂ ਨਾਨਕ ਦੇਵ ਸਾਹਿਬ ਨੇ ਆਪ ਕੀਤੀ। ਔਰ ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਸੇਵਾ ਪਤਾ ਕੀ ਹੈ ਭਾਈ? ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਵੈਸਣ ਪਾਈ ਹੈ। ਗੁਰੂ ਘਰ ਦੀ ਸਭ ਤੋਂ ਵੱਡੀ ਸੇਵਾ ਜੀ ਮਨੁੱਖਤਾ ਦੀ ਸੇਵਾ ਕਰਨੀ। ਦੇਖੋ ਪੂਰੇ ਗੁਰੂ ਦੀ ਸੇਵਾ ਤੇ ਅਸੀਂ ਕਰਨੀ ਹੈ ਜਿੱਥੋਂ ਸਾਨੂੰ ਗਿਆਨ ਮਿਲਦਾ ਹੈ, ਜਿੱਥੋਂ ਸਾਨੂੰ ਇੱਦਾਂ ਦੀ ਸਿੱਖਿਆ ਮਿਲਦੀ ਹੈ, ਸੋਹਣੀ ਸਿੱਖਿਆ ਮਿਲਦੀ ਹੈ। ਉਹਦਾ ਪੂਰਾ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਹੀ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਸਾਨੂੰ ਸਿੱਖਣ ਨੂੰ ਮਿਲਿਆ ਵੀ ਭਾਈ ਮੈਂ ਮਨੁੱਖਤਾ ਦੀ ਸੇਵਾ ਕਰਨੀ ਹੈ। ਕੋਈ ਲੋੜਵੰਦ, ਕੋਈ ਭੁੱਖਾ ਪਿਆਸਾ ਬੈਠਾ ਤੇ ਜੋ ਜਿਸ ਤਰੀਕੇ ਨਾਲ ਤੂੰ ਉਹਦੇ ਕੰਮ ਆ ਸਕੇ ਤੇ ਉਹ ਸੇਵਾ ਕਰ। ਤੇ ਗੁਰੂ ਨਾਨਕ ਦੇਵ ਸਾਹਿਬ ਆਏ ਨੇ ਭਾਈ। ਪਿਤਾ ਮਹਿਤਾ ਕਲਿਆਣ ਰਾਏ ਜੀ ਪਟਵਾਰੀ ਸਨ, ਚੰਗੀ ਜਾਇਦਾਦ ਸੀ, ਚੰਗੀ ਨੌਕਰੀ ਸੀ, ਚੰਗੇ ਗੁੰਜਾਇਸ਼ ਵਿੱਚ ਸਨ। 20 ਰੁਪਏ ਦਿੱਤੇ ਆ ਵੀ ਜਾ ਸੱਚਾ ਕੋਈ ਖਰਾ ਸੌਦਾ ਕਰਕੇ ਆ, ਬਣਜ ਕਰਕੇ ਆ। ਤੇ ਗੁਰੂ ਨਾਨਕ ਦੇਵ ਸਾਹਿਬ ਜਾਂਦੇ ਆ ਤੇ ਜਾਂਦੇ ਜਾਂਦੇ ਲੋੜਵੰਦ, ਉਹ ਹੈ ਤੇ ਸਾਧੂ ਸਨ ਭਾਈ। ਚਲੋ ਇਤਿਹਾਸ ਵਿੱਚ 4 ਸਾਧੂ ਲਿਖੇ ਪਰ 4 ਨਹੀਂ ਸੀ, ਉਹ ਸਾਧੂਆਂ ਦੀਆਂ ਮੰਡਲੀਆਂ ਬੈਠੀਆਂ ਸਨ। ਗੁਰਮੁਖਾਂ ਦੀਆਂ ਜਿਹੜੇ ਕੋਈ ਸਾਧੂ ਸੰਤ ਬੈਠੇ ਸਨ ਉਹਨਾਂ ਦੀਆਂ ਮੰਡਲੀਆਂ ਬੈਠੀਆਂ ਸੀ। ਤੇ ਉਹ 20 ਰੁਪਏ ਗੁਰੂ ਨਾਨਕ ਦੇਵ ਸਾਹਿਬ ਨੇ ਵੇਖਿਆ ਵੀ ਇਹ ਲੋੜ ਹੈ ਇਹਨਾਂ ਨੂੰ, ਇਹਨਾਂ ਕੋਲ ਕਿਸੇ ਕੋਲ ਕੱਪੜਾ ਨਹੀਂ, ਇਹਨਾਂ ਕੋਲ ਕਿਸੇ ਕੋਲ ਪੈਰਾਂ 'ਚ ਜੁੱਤੇ ਨਹੀਂ ਹਨ, ਇਹ ਭੁੱਖੇ ਪਿਆਸੇ ਬੈਠੇ ਨੇ। ਕਿਉਂਕਿ ਇਹਨਾਂ ਦੀਆਂ ਅੱਖਾਂ ਇਹਨਾਂ ਦੀ ਵੇਖਣੀ ਤੋਂ ਪਤਾ ਲੱਗਦਾ ਵੀ ਆਸਬੰਦ ਨੇ। ਕਈ ਵਾਰੀ ਜਦੋਂ ਆਪਾਂ ਕਿਸੇ ਪ੍ਰਤੀ ਕਿਸੇ ਆਸਾ ਨੂੰ ਲੈ ਕੇ ਝਾਕੀਏ ਤੇ ਪਤਾ ਲੱਗ ਜਾਂਦਾ ਵੀ ਕਿਸੇ ਚੀਜ਼ ਦੀ ਮੰਗ ਕਰਦਾ ਹੈ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਮਹਾਤਮਾ ਜੀ ਕਿਸੇ ਚੀਜ਼ ਦੀ ਜ਼ਰੂਰਤ ਹੈ। ਉਹ ਸਾਰਿਆਂ ਨੇ ਹੈਰਾਨੀ ਨਾਲ ਕਿਹਾ ਜ਼ਰੂਰਤ ਤੇ ਹੈ ਪੁੱਤਰ, ਕਈ ਦਿਨਾਂ ਤੋਂ ਭੋਜਨ ਨਹੀਂ ਛਕਿਆ, ਲਿਆ ਦਿਓ। ਭਾਈ ਮਰਦਾਨੇ ਨੂੰ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਜਾਓ ਭੋਜਨ ਦਾ ਪ੍ਰਬੰਧ ਕਰੋ। ਭੋਜਨ ਲਿਆਂਦਾ, ਇਹਨਾਂ ਨੂੰ ਛਕਾ ਦਿੱਤਾ। ਫਿਰ ਜਿਹਦੇ ਕੋਲ ਕੱਪੜਾ ਨਹੀਂ ਸੀ, ਕਿਉਂਕਿ 20 ਰੁਪਏ ਬਹੁਤ ਵੱਡੀ ਰਕਮ ਸੀ ਭਾਈ ਉਦੋਂ। ਰੁਪਈਆ ਤਾਂ ਆਪਾਂ ਬਾਅਦ ਵਿੱਚ ਕਹਿਣ ਲੱਗੇ ਹਾਂ ਜੀ, ਜਿਵੇਂ ਉਦੋਂ ਬਿਕਰਮੀ ਸੰਨ ਹੁੰਦਾ ਸੀ, ਹੁਣ ਆਪਾਂ 1469 ਕਹਿ ਦਿੰਦੇ ਹਾਂ। ਤੇ ਉਦੋਂ ਰੁਪਈਏ ਨਹੀਂ ਸੀ ਹੁੰਦੇ, ਉਦੋਂ ਟਕੇ ਸਰਫੀਆਂ ਦੇ ਹਿਸਾਬ ਨਾਲ 20 ਰੁਪਏ ਉਸ ਵੇਲੇ। ਜਿਵੇਂ ਹੁਣ ਅੱਜ ਤੋਂ ਪਹਿਲਾਂ ਆਪਾਂ 10 ਪੰਜੀਆਂ ਚਲਾਉਂਦੇ ਸੀ ਵੀ ਜਿਹੜੇ ਬਜ਼ੁਰਗ ਨੇ ਸਾਡੇ, ਉਹ 10 ਪੰਜੀਆਂ ਦੀ ਟਕਿਆਂ ਦੀ ਵਰਤੋਂ ਕਰਦੇ ਸੀ। ਤੇ ਹੁਣ ਤੇ ਆਪਾਂ ਸਿੱਧੀ ਨੋਟਾਂ ਦੀ ਵਰਤੋਂ ਕਰਦੇ ਹਾਂ, 5-4 ਰੁਪਈਆਂ ਨੂੰ ਵੀ ਕੋਈ ਨਹੀਂ ਪੁੱਛਦਾ। ਲੇਕਿਨ ਕਦੇ ਸਮਾਂ ਸੀ ਕਿ ਚਵਾਨੀ ਦੀ ਵੀ ਬਹੁਤ ਵੱਡੀ ਕੀਮਤ ਹੁੰਦੀ ਸੀ। ਜਿਨ੍ਹਾਂ ਨੇ ਵਰਤੋਂ 'ਚ ਕੀਤੀ ਹੈ ਨਾ, ਭਾਈ ਬਜ਼ੁਰਗ ਦੱਸਦੇ ਨੇ ਅੱਜ ਤੋਂ 50-60 ਸਾਲ ਪਹਿਲਾਂ ਚਵਾਨੀ ਦੀ ਵੀ ਬਹੁਤ ਕੀਮਤ ਹੁੰਦੀ ਸੀ। ਤੇ ਹੁਣ ਉਸ ਵੇਲੇ ਉਸ ਵੇਲੇ ਦੀ ਕਰੰਸੀ ਸੀ, ਉਹਦੇ ਮੁਤਾਬਕ ਉਹ 20 ਰੁਪਏ ਉਸ ਵੇਲੇ ਦੀ ਬਹੁਤ ਵੱਡੀ ਰਕਮ ਸੀ। ਉਹ ਲੋੜਵੰਦਾਂ ਲਈ ਖਰਚ ਦਿੱਤੀ, ਮਨੁੱਖਤਾ ਦੀ ਸੇਵਾ ਵਿੱਚ ਲਾ ਦਿੱਤੀ। ਜਿਹਦੇ ਕੋਲ ਕੱਪੜਾ ਨਹੀਂ ਸੀ ਉਹਨੂੰ ਕੱਪੜੇ ਦਾ ਪ੍ਰਬੰਧ ਕੀਤਾ, ਜਿਹਦੇ ਕੋਲ ਭੋਜਨ ਨਹੀਂ ਸੀ ਉਹਨੂੰ ਭੋਜਨ ਛਕਾਇਆ। ਇੰਨਾ ਵੀ ਨਹੀਂ ਵੀ ਇਕੱਲੇ ਗੁਰੂ ਨਾਨਕ ਦੇਵ ਸਾਹਿਬ ਭੋਜਨ ਛਕਾ ਕੇ ਚਲੇ ਗਏ, ਇਹ ਵੀ ਤੁਸੀਂ ਧਿਆਨ 'ਚ ਰੱਖਣਾ ਹੈ। ਇਹ ਵੀ ਨਹੀਂ ਹੈ ਵੀ ਹਾਂ ਜੀ ਬਸ ਭੋਜਨ ਛਕਾਇਆ ਤੇ ਚਲੇ ਗਏ, ਕਿਉਂਕਿ ਪਹਿਲਾਂ ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਫਿਰ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਨੂੰ ਪਤਾ ਕੀ ਕਹਿੰਦੇ? ਕਹਿੰਦੇ ਮਹਾਤਮਾ ਜੀ ਸਾਧੂ ਸੰਤੋ ਇਹ ਦੱਸੋ ਵੀ ਤੁਸੀਂ ਇੱਥੇ ਕਿਵੇਂ ਬੈਠੇ ਹੋ। ਇੱਕ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਿਓ ਜੀ। ਆ ਥੋੜ੍ਹੇ ਦਿਨਾਂ ਨੂੰ ਉਹਨਾਂ ਦਾ ਜੋਤੀ ਜੋਤ ਦਿਵਸ ਹੈ, 12 ਤਰੀਕ ਨੂੰ। ਜਿਹੜੀ ਵੀ ਉਹਨਾਂ ਦੇ ਜੀਵਨ ਦੀ ਘਟਨਾ ਤੁਸੀਂ ਪੜ੍ਹੋਗੇ, ਉਹਨਾਂ ਦੇ ਉਪਦੇਸ਼ ਦੇਣ ਦਾ ਐਸਾ ਟੈਕਨੀਕਲ ਤਰੀਕਾ ਸੀ ਕਿ ਉਹ ਆਪਣੇ ਆਪ ਜਿਹੜੀ ਗੱਲ ਕਹਿਣੀ ਹੁੰਦੀ ਸੀ ਅਗਲੇ ਤੋਂ ਅਖਵਾ ਦਿੰਦੇ ਸੀ। ਐਸਾ ਮਾਹੌਲ ਸਿਰਜ ਦਿੰਦੇ ਸੀ ਭਾਈ ਗੁਰੂ ਨਾਨਕ ਦੇਵ ਸਾਹਿਬ। ਉਹਨਾਂ ਮਹਾਤਮਾ ਨੂੰ, ਸਾਧੂਆਂ ਨੂੰ ਕਹਿੰਦੇ ਸਾਧੂ ਮਹਾਤਮਾ ਜੀ ਤੁਸੀਂ ਦੱਸੋ ਵੀ ਇੱਥੇ ਕਿਵੇਂ ਬੈਠੇ ਹੋ। ਉਹ ਕਹਿੰਦੇ ਜੀ ਰੱਬ ਨੂੰ ਪਾਉਣ ਵਾਸਤੇ ਇੱਥੇ ਬੈਠੇ ਆ। ਹੁਣ ਥੋੜ੍ਹਾ ਜਿਹਾ ਸੁਣ ਲਿਓ ਭਾਈ। ਅੱਛਾ, ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਇਹ ਤਾਂ ਗੱਲ ਠੀਕ ਹੈ ਵੀ ਤੁਸੀਂ ਰੱਬ ਨੂੰ ਪਾਉਣ ਵਾਸਤੇ ਬੈਠੇ ਹੋ, ਪਰ ਜਿਹੜਾ ਤਰੀਕਾ ਹੈ ਨਾ ਇਹ ਬਹੁਤ ਗਲਤ ਹੈ।
ਜਿਹੜਾ ਤਰੀਕਾ ਹੈ ਬਹੁਤ ਗਲਤ ਹੈ। ਉਹ ਕਹਿੰਦੇ ਕਿਉਂ? ਕਹਿੰਦੇ ਵੀ ਇਸ ਤਰ੍ਹਾਂ ਵਿਹਲੇ ਰਹਿਣ ਦੇ ਨਾਲ ਤਾਂ ਪਰਮਾਤਮਾ ਦੇ ਬਣਾਏ ਹੋਏ ਸੰਸਾਰ ਦਾ ਵਿਕਾਸ ਰੁਕ ਜਾਏਗਾ, ਕਿਉਂਕਿ ਉਹਨੇ ਖੇਡ ਬਣਾਈ ਹੈ, ਖੇਡ ਨੂੰ ਚਲਦੀ ਵੀ ਰੱਖਣਾ ਹੈ ਨਾ। ਜੇ ਆਪਾਂ ਕਹੀਏ ਵੀ ਇੱਦਾਂ ਬਸ ਹੁਣ ਵਿਹਲੇ ਬੈਠੇ ਹਾਂ ਜੀ, ਮੰਗ ਕੇ ਖਾ ਲਿਆ, ਗੁਰੂ ਨਾਨਕ ਦੇ ਘਰ ਵਿੱਚ ਇਸ ਚੀਜ਼ ਨੂੰ ਮਾਨਤਾ ਨਹੀਂ। ਗੁਰੂ ਨਾਨਕ ਦੇਵ ਸਾਹਿਬ ਨੇ ਜਿਹੜੀਆਂ ਗੱਲਾਂ ਉਹਨਾਂ ਨੂੰ ਕਹਿਣੀਆਂ ਸੀ ਨਾ, ਪਹਿਲਾਂ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਹੁਣ ਉਹ ਤਾਂ ਪਤਾ ਹੀ ਸੀ, ਜੇ ਹੁਣ ਪਹਿਲਾਂ ਹੀ ਜਾ ਕੇ ਕਹਿੰਦੇ ਵੀ ਤੁਸੀਂ ਤਾਂ ਗਲਤ ਬੈਠੇ ਹੋ, ਤੇ ਉਹਨਾਂ ਨੇ ਕਿੱਥੇ ਸੁਣਨਾ ਸੀ ਭਾਈ। ਕਿਉਂਕਿ ਕਈ ਵਾਰੀ ਚੰਗੀ ਗੱਲ ਸੁਣਾਉਣ ਖਾਤਰ ਬਹੁਤ ਤਰੀਕੇ ਅਪਣਾਉਣੇ ਪੈਂਦੇ ਨੇ। ਮਾੜੀ ਗੱਲ ਤਾਂ ਬੰਦਾ ਆਪਣੇ ਆਪ ਸੁਣ ਲੈਂਦਾ ਹੈ, ਮਾੜੀ ਗੱਲ ਤੇ ਆਪਣੇ ਆਪ ਸੁਣ ਕੰਨੀ ਪੈ ਜਾਂਦੀ। ਚੰਗੀ ਗੱਲ ਸੁਣਾਉਣੀ ਤੇ ਸਮਝਾਉਣੀ ਬਹੁਤ ਔਖੀ ਹੈ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਤਰੀਕਾ ਗਲਤ ਹੈ। ਉਹ ਕਹਿੰਦੇ ਫਿਰ ਹੋਰ ਕਿਹੜਾ ਤਰੀਕਾ ਚਾਹੀਦਾ? ਸੱਚੇ ਪਾਤਸ਼ਾਹ ਕਹਿੰਦੇ ਆ ਜਾਓ, ਸਾਰੇ ਬੈਠੇ ਆ, ਹੁਣ ਬੋਲ ਵੀ ਨਹੀਂ ਸਕਦੇ ਕੁਝ, ਕਿਉਂਕਿ ਲੰਗਰ ਛਕਾ ਕੇ ਹਟੇ ਹੈ। ਕਹਿੰਦੇ ਫਿਰ ਸਾਨੂੰ ਤਰੀਕਾ ਦੱਸ ਦਿਓ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਤਾਂ ਇਹ ਵੀ ਕਿਰਤ ਕਰੋ। ਉੱਥੋਂ ਹੀ ਸ਼ੁਰੂ ਹੋਇਆ ਜੀ, ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਹੈ ਜਿਹੜਾ। ਸਭ ਤੋਂ ਪਹਿਲਾਂ ਤੁਸੀਂ ਕਿਰਤ ਕਰਨੀ ਹੈ। ਦੇਖੋ ਮਿਹਨਤ ਕਰੋਗੇ, ਇਹਦੇ ਨਾਲ ਇੱਕ ਤਾਂ ਪਰਮਾਤਮਾ ਦੇ ਬਣਾਏ ਹੋਏ ਸੰਸਾਰ ਦਾ ਵਿਕਾਸ ਨਹੀਂ ਰੁਕੇਗਾ। ਦੂਸਰਾ, ਕਿਰਤ ਕਰਨ ਦੇ ਨਾਲ ਤੁਹਾਡਾ ਸਰੀਰ ਹੈ ਜਿਹੜਾ ਚੜ੍ਹਦੀ ਕਲਾ ਵਿੱਚ ਤੰਦਰੁਸਤ ਰਹੇਗਾ, ਕਿਉਂਕਿ ਵਿਹਲੇ ਰਹਿਣ ਨਾਲ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ। ਤੀਸਰਾ, ਅੱਜ ਤੁਹਾਨੂੰ ਭੁੱਖ ਲੱਗੀ ਹੈ ਤੇ ਤੁਸੀਂ ਰਾਹੀਆਂ ਦੇ ਵੱਲ ਵੇਖ ਰਹੇ ਹੋ ਵੀ ਕੋਈ ਆਵੇ ਸਾਨੂੰ ਦੇਵੇ, ਕੁਝ ਮੰਗੋਗੇ, ਕਿਸੇ ਅੱਗੇ ਹੱਥ ਫੈਲਾਓਗੇ। ਜੇ ਤੁਸੀਂ ਕਿਰਤ ਕਰੋਗੇ ਤੇ ਫਿਰ ਤੁਹਾਡੇ ਜੇਬ ਵਿੱਚ 4 ਪੈਸੇ ਹੋਣਗੇ, ਤੁਸੀਂ ਆਪ ਵੀ ਰੱਜ ਕੇ ਖਾਓਗੇ, ਕਿਸੇ ਲੋੜਵੰਦ ਨੂੰ ਵੀ ਦੇ ਸਕੋਗੇ। ਜਿਹੜਾ ਬੰਦਾ ਕਿਰਤ ਕਰੂ, ਆਪ ਕਮਾਊ, ਉਹੀ ਲੋੜਵੰਦ ਨੂੰ ਦੇਵੇਗਾ ਜੀ। ਜਿਹਦੇ ਕੋਲ ਆਪਣੇ ਕੋਲ ਹੀ ਨਹੀਂ ਤੇ ਉਹ ਕਿੱਥੋਂ ਦੇਵੇਗਾ? ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਇਸੇ ਨੂੰ ਕਹਿੰਦੇ ਨੇ ਜੀ ਸੱਚਾ ਸੌਦਾ। ਇਕੱਲੇ ਭੋਜਨ ਛਕਾਉਣ ਨੂੰ ਸੱਚਾ ਸੌਦਾ ਨਹੀਂ ਕਿਹਾ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਮਹਾਤਮਾ ਜੀ ਸਭ ਤੋਂ ਪਹਿਲਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਕਿ ਤੁਸੀਂ ਕਿਰਤ ਕਰੋ, ਫਿਰ ਨਾਮ ਜਪੋ। ਕਿਰਤ ਕਰਨ ਦੇ ਨਾਲ ਉਸ ਵਾਹਿਗੁਰੂ ਜੀ ਦੀ ਇਬਾਦਤ ਕਰਨੀ ਹੈ, ਸਰੀਰ ਨਾਲ ਕਿਰਤ ਕਰਨੀ ਹੈ, ਮਨ ਨਾਲ ਨਾਮ ਦੀ ਕੀਰਤੀ ਕਰਨੀ ਹੈ। ਤੀਜੇ ਤੇ ਫਿਰ ਇਹ ਵੀ ਨਹੀਂ ਵੀ ਤੁਸੀਂ ਕਿਰਤ ਕਰ ਲਈ, ਪੈਸੇ ਕਮਾ ਲਏ ਤੇ ਤੁਸੀਂ ਜੇਬ ਭਰੀ ਜਾਓ ਵੀ ਕਿਤੇ ਹੁੰਦਾ। ਗੁਰੂ ਸਾਹਿਬ ਕਹਿੰਦੇ ਨਾ ਭਾਈ, ਫਿਰ ਵੰਡ ਕੇ ਵੀ ਛਕਣਾ ਹੈ। ਇਹ ਗੁਰੂ ਨਾਨਕ ਦੇ ਘਰ ਵਿੱਚ ਹੀ ਸਿਧਾਂਤ ਹੈ ਇਕੱਲਾ ਵੰਡ ਕੇ ਛਕਣ ਦਾ। ਹੋਰਨਾਂ ਧਰਮ ਚਲੋ ਸਾਰੇ ਸਤਿਕਾਰਯੋਗ ਨੇ, ਕਿਸੇ ਧਰਮ ਵਿੱਚ ਦਾਨ ਕੀਤਾ ਜਾਂਦਾ ਵੀ ਜੇ ਕੋਈ ਰੋਟੀਆਂ ਵੀ ਦੇ ਦੇਵੇ, ਮੈਂ ਰੋਟੀਆਂ ਦਾਨ ਕੀਤੀਆਂ। ਸਿੱਖਾਂ ਨੂੰ ਅੱਜ ਤੱਕ ਸਾਡੇ ਗੁਰੂ ਦੇ ਸਿਧਾਂਤਾਂ ਦਾ ਪਤਾ ਨਹੀਂ ਲੱਗ ਸਕਿਆ, ਤੇ ਜਿਹੜਾ ਬੰਦਾ ਗੁਰੂ ਦੇ ਸਿਧਾਂਤਾਂ ਤੋਂ ਅਣਜਾਣ ਹੈ ਨਾ, ਤੇ ਚੇਤੇ ਰੱਖਿਓ ਜੀ ਉਹ ਗੁਰੂ ਦੀ ਖੁਸ਼ੀ ਨਹੀਂ ਲੈ ਸਕੇਗਾ। ਜਾਣਦੇ ਅਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਤਿਲ ਮਾਤਰ ਵੀ ਨਹੀਂ, ਤੇ ਅਸੀਂ ਗੱਲਾਂ ਕਰਨੀਆਂ ਕਿ ਰਾਜ ਕਰੇਗਾ ਖਾਲਸਾ। ਤੈਨੂੰ ਪਤਾ ਤੇ ਹੈ ਹੀ ਨਹੀਂ ਵੀ ਖਾਲਸਾ ਰਾਜ ਹੁੰਦਾ ਕੀ ਹੈ, ਤੇ ਕਰਨਾ ਕੀ ਸੁਆਹ ਹੈ। ਤੂੰ 4 ਛਿੱਲੜ ਮਾਇਆ ਦੇ ਕੇ ਤੇ ਗੁਰੂ ਘਰ ਤੇ ਤੂੰ ਨਾਮ ਲਿਖਾਉਂਦਾ ਫਿਰਦਾ ਵੀ ਮੈਂ ਤੇ ਬਹੁਤ ਦਾਨ ਕੀਤਾ। ਆਹ ਸੱਚੇ ਪਾਤਸ਼ਾਹ ਸਾਡੇ ਰਾਜੇ ਨੇ, ਪਾਤਸ਼ਾਹ ਨੇ, ਤੇ ਤੂੰ ਕੌਣ? ਤੇਰੀ ਕੀ ਔਕਾਤ ਹੈ ਕਿ ਤੂੰ ਗੁਰੂ ਘਰ ਨੂੰ ਦਾਨ ਕਰ ਸਕੇ? ਇਹ ਤੇ ਬਾਦਸ਼ਾਹ ਨੇ। ਇੱਥੋਂ ਤੇ ਹਰ ਰੋਜ਼ ਆਪਾਂ ਪੜ੍ਹਦੇ ਹਾਂ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ। ਤੈਨੂੰ ਜੀਵਨ ਦਾਨ ਤਾਂ ਸਾਡੇ ਗੁਰੂ ਨੇ ਦਿੱਤਾ ਹੈ, ਤੈਨੂੰ ਆਜ਼ਾਦੀ ਗੁਰੂ ਘਰ ਨੇ ਦਿੱਤੀ ਹੈ, ਤੇ ਤੂੰ ਗੁਰੂ ਘਰ ਨੂੰ ਹੀ ਦਾਨ ਕਰਨ ਲੱਗਾ। ਇਹ ਵੱਡੀ ਮੂਰਖਤਾ ਨਹੀਂ? ਹਮੇਸ਼ਾ ਗੁਰੂ ਨਾਨਕ ਦੇ ਘਰ ਵਿੱਚ ਵੰਡ ਛਕਣ ਦਾ ਅਧਿਕਾਰ ਹੈ। ਜਿਹੜੀ ਕਿਰਤ ਤੈਨੂੰ, ਜਿਹੜੀ ਤਿਲ ਪੁਲ ਭੇਟਾ ਜੋ ਤੇਰੇ ਕੋਲ ਹੈ, ਮਾਇਆ ਆਦਿਕ ਹੈ, ਉਹ ਗੁਰੂ ਦੀ ਦਿੱਤੀ ਹੋਈ ਹੈ, ਤੇ ਗੁਰੂ ਦੇ ਦਿੱਤੇ ਖਜ਼ਾਨਿਆਂ ਵਿੱਚੋਂ ਦਸਵੰਧ ਦੇਣਾ, ਵੰਡ ਛਕਣਾ ਸਾਡਾ ਅਧਿਕਾਰ ਹੈ। ਅਗਰ ਤੁਸੀਂ ਕਿਸੇ ਨੂੰ 2 ਰੋਟੀਆਂ ਖਵਾ ਦਿੱਤੀਆਂ ਨਾ, ਕੱਪੜਾ ਦੇ ਦਿੱਤਾ, ਇਹ ਨਾ ਕਹੋ ਅੱਜ ਮੈਂ ਫਲਾਣੇ ਨੂੰ ਕੱਪੜਾ ਦਾਨ ਕਰ ਦਿੱਤਾ। ਨਾ ਭਾਈ, ਅਸੀਂ ਕੌਣ? ਅਸੀਂ ਤੇ ਆਪ ਭਿਖਾਰੀ ਹਾਂ। ਹਮੇਸ਼ਾ ਇਹ ਕਹੋ ਅੱਜ ਮੈਂ ਗੁਰੂ ਨਾਨਕ ਦੇ ਹੁਕਮ ਨਾਲ ਵੰਡ ਕੇ ਛਕਿਆ। ਮੇਰੇ ਘਰ 10 ਪ੍ਰਸ਼ਾਦੇ ਸੀ, ਜਿਹਦੇ ਵਿੱਚੋਂ ਮੈਂ 2 ਪ੍ਰਸ਼ਾਦੇ ਲੋੜਵੰਦ ਨਾਲ ਵੰਡ ਕੇ ਛਕ ਲਏ। ਹਮੇਸ਼ਾ ਵੰਡ ਕੇ ਛਕਣਾ। ਗੁਰੂ ਨਾਨਕ ਦੇਵ ਸਾਹਿਬ ਨੇ ਫਿਰ ਉਹਨਾਂ ਨੂੰ ਸਮਝਾਇਆ, ਭਾਈ ਸਭ ਤੋਂ ਪਹਿਲਾਂ ਕਿਰਤ ਕਰੋ, ਫਿਰ ਨਾਮ ਜਪੋ,
ਫਿਰ ਵੰਡ ਛਕੋ। ਇਹ ਹੈ ਜੀ ਅਸਲ ਵਿੱਚ ਸਿਧਾਂਤ ਮਨੁੱਖਤਾ ਦੀ ਸੇਵਾ। ਗੁਰੂ ਨਾਨਕ ਦੇਵ ਸਾਹਿਬ ਨੇ ਆਪ ਕੀਤੀ, ਰੋਗੀਆਂ ਦਾ ਇਲਾਜ ਕਰਦੇ ਰਹੇ, ਲੋੜਵੰਦਾਂ ਲਈ ਜਿੱਥੇ ਕਿਤੇ ਪਾਣੀ ਦਾ ਪ੍ਰਬੰਧ ਨਹੀਂ ਸੀ ਸੱਚੇ ਪਾਤਸ਼ਾਹ ਨੇ ਪਾਣੀ ਦੇ ਪ੍ਰਬੰਧ ਕੀਤੇ, ਖੂਹ ਲਗਵਾਏ। ਇਹ ਮਨੁੱਖਤਾ ਦੀ ਸੇਵਾ ਹੈ। ਇਸੇ ਨੂੰ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈ ਹੈ। ਗੁਰੂ ਨਾਨਕ ਨੇ ਆਹ ਸੇਵਾ ਸਿੱਖ ਦੇ ਹਿੱਸੇ 'ਚ ਲਿਆਂਦੀ ਹੈ। ਭਾਈ ਸਿੱਖਾ ਗੁਰੂ ਦੀ ਸੇਵਾ ਕਰਿਆ ਕਰ। ਅਤੇ ਗੁਰੂ ਦੀ ਸੇਵਾ ਵਿੱਚੋਂ ਮਨੁੱਖਤਾ ਦੀ ਸੇਵਾ ਵਿੱਚੋਂ ਗੁਰੂ ਦੀ ਸੇਵਾ ਹੈ। ਇਸ ਕਰਕੇ ਹਮੇਸ਼ਾ ਮਨੁੱਖਤਾ ਦੀ ਸੇਵਾ ਨੂੰ ਪਹਿਲ ਦੇਣੀ ਹੈ ਅਤੇ ਗੁਰੂ ਨਾਨਕ ਦਾ ਘਰ ਦਿੰਦਾ ਆ ਰਿਹਾ। ਅਤੇ ਫਿਰ ਜਦੋਂ ਤੂੰ ਐਸੀ ਸੇਵਾ ਕਰੇਗਾ ਨਾ ਤਾਂ ਗੁਰੂ ਤੇਰੇ ਤੋਂ ਖੁਸ਼ ਹੋਵੇਗਾ ਅਤੇ ਤੇਰੇ ਕਰੋੜਾਂ ਅਪਰਾਧ ਮਿਟਾ ਦੇਣੇ ਹਨ। ਕਮਲ ਜਾ ਕਾ ਮਨ ਰਪੈ। ਜਿਨ੍ਹਾਂ ਗੁਰਮੁਖਾਂ ਦਾ ਮਨ ਗੁਰੂ ਦੇ ਚਰਨਾਂ ਕਮਲਾਂ ਵਿੱਚ ਰੰਗਿਆ ਗਿਆ ਹੈ। ਸੋਗ ਅਗਨ ਤਿਸ ਜਨ ਨਾ ਵਿਆਪੈ। ਸੋਗ ਚਿੰਤਾ ਤ੍ਰਿਸ਼ਨਾ ਦੀ ਅੱਗ ਉਹ ਰੱਬ ਦੇ ਪਿਆਰੇ ਗੁਰੂ ਦੇ ਪਿਆਰੇ ਨੂੰ ਵਿਆਪ ਨਹੀਂ ਸਕੇਗੀ। ਨਹੀਂ ਤਾਂ ਮਨੁੱਖ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ, ਹੰਕਾਰ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਪਰ ਜਿਹੜਾ ਗੁਰੂ ਦੇ ਚਰਨਾਂ ਕਮਲਾਂ ਨਾਲ ਜੁੜ ਜਾਵੇ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਉਪਰਾਮ ਪਰੇ ਦੀ ਜ਼ਿੰਦਗੀ ਜਿਉਂਦਾ ਹੈ ਔਰ ਸੁੱਖ ਦੀ ਜ਼ਿੰਦਗੀ ਜਿਉਂਦਾ ਹੈ। ਸਾਗਰ ਤਰਿਆ ਸਾਧੂ ਸੰਗੇ। ਸਾਗਰ ਇਹ ਸੰਸਾਰ ਹੈ, ਜਿਹੜਾ ਇਹ ਸਾਗਰ ਹੈ ਭਾਈ। ਆ ਜਿਹੜਾ ਸੰਸਾਰ ਹੈ ਨਾ ਇਹ ਸਾਗਰ ਹੈ, ਪਦਾਰਥਾਂ ਰੂਪੀ ਜਲ ਨਾਲ ਲਬਾ ਲਬ ਭਰਿਆ ਹੈ। ਅਤੇ ਜਦੋਂ ਇਸ ਸਾਗਰ ਵਿੱਚ ਰਹਿੰਦਿਆਂ ਸਾਡਾ ਕਿਸੇ ਗੁਰਮੁਖ ਨਾਲ ਮਿਲਾਪ ਹੋ ਜਾਵੇ, ਸਾਧੂਆਂ ਨਾਲ ਮਿਲਾਪ ਹੋ ਜਾਵੇ, ਫਿਰ ਅਸੀਂ ਇਹ ਸੰਸਾਰ ਰੂਪ ਸਾਗਰ ਤੋਂ ਤਰ ਜਾਵਾਂਗੇ। ਨਿਰਭਉ ਨਾਮ ਜਪੋ ਹਰਿ ਰੰਗੇ। ਅਤੇ ਉਸ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ ਉਹ ਨਿਰਭਉ ਹੈ। ਨਿਰਭਉ ਦਾ ਅਰਥ ਹੁੰਦਾ ਵੀ ਉਹਨੂੰ ਕਿਸੇ ਦਾ ਡਰ ਨਹੀਂ ਹੈ ਭਾਈ। ਅਤੇ ਜਿਹੜਾ ਉਸ ਨਿਰਭਉ ਨੂੰ ਜਪੇਗਾ ਨਾ ਉਹ ਆਪ ਵੀ ਡਰ ਮੁਕਤ ਹੋ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਅਸੀਂ ਨਿਰਭਉ ਪਰਮਾਤਮਾ ਨੂੰ ਜਪਾਂਗੇ ਤੇ ਸਾਡੇ ਵੀ ਸਾਰੇ ਭੈ ਦੂਰ ਹੋ ਜਾਣੇ ਹਨ। ਨਿਰਭਉ ਨਾਮ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਐਸਾ ਜਪਣਾ ਕਰਕੇ ਤੈਨੂੰ ਪਰਮਾਤਮਾ ਦਾ ਰੰਗ ਚੜ੍ਹ ਜਾਵੇ। ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਜਿਹੜਾ ਨਾਮ ਜਪਦਾ ਨਾ ਭਾਈ ਫਿਰ ਉਹ ਪਰ ਧਨ ਪਰਾਏ ਧਨ ਦੀ ਆਸ ਨਹੀਂ ਕਰਦਾ, ਜਾਣੀ ਕਿ ਤ੍ਰਿਸ਼ਨਾ ਦੀ ਅੱਗ ਉਹਦੀ ਖਤਮ ਹੋ ਜਾਂਦੀ ਹੈ। ਉਹਦੇ 'ਤੇ ਕੋਈ ਦੋਖ ਨਹੀਂ ਲੱਗਦਾ ਨਾਮ ਜਪਣ ਵਾਲੇ 'ਤੇ। ਜਿਹੜਾ ਸਾਧੂਆਂ ਦੀ ਸੰਗਤ ਕਰਕੇ ਨਾਮ ਜਪਦਾ ਨਾ ਭਾਈ ਉਹਨੂੰ ਫਿਰ ਨਾ ਤਾਂ ਪਰਾਏ ਧਨ ਦੀ ਇੱਛਾ ਰਹਿੰਦੀ ਹੈ, ਨਾ ਉਹ ਕੋਈ ਗੁਨਾਹ ਕਰੇ, ਨਾ ਪਾਪ ਕਰੇ। ਪਾਪ ਇਤਿਆਦਿਕ ਉਹਦੇ ਨੇੜੇ ਵੀ ਨਹੀਂ ਜਾਂਦੇ ਹਨ। ਔਰ ਜਿਹੜਾ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਜਾਵੇ, ਨਾ ਪਰਾਏ ਧਨ ਦੀ ਆਸ ਕਰੇ, ਨਾ ਪਰਾਏ ਤਨ ਦੀ ਆਸ ਕਰੇ, ਅਤੇ ਨਾ ਹੀ ਕੋਈ ਚੁਗਲੀ ਨਿੰਦਿਆ ਕਰੇ, ਨਾ ਕੋਈ ਗੁਨਾਹ ਪਾਪ ਕਰੇ, ਇਹਨਾਂ ਚੀਜ਼ਾਂ ਤੋਂ ਜਿਹੜਾ ਪਰੇ ਹੋ ਜਾਂਦਾ ਨਾ ਨਾਮ ਜਪਣ ਨਾਲ, ਫਿਰ ਜਮ ਜੰਦਾਰ ਨਾ ਆਵੇ ਨੇੜੇ। ਜਮਦੂਤ ਉਹਦੇ ਨੇੜੇ ਵੀ ਨਹੀਂ ਆ ਸਕਦੇ। ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ। ਤ੍ਰਿਸ਼ਨਾ, ਅੱਜ ਤ੍ਰਿਸ਼ਨਾ ਕੀ ਹੈ ਜੀ? ਲਾਲਚ ਕਰਨਾ। ਮਨੁੱਖ ਤ੍ਰਿਸ਼ਨਾ ਕਰਕੇ ਦੁਖੀ ਹੈ ਵੀ ਮੈਂ ਇੰਨੇ ਕੁ ਕਮਾ ਲਏ, ਹੋਰ ਕਮਾ ਲਵਾਂ। ਕੁ ਜਿਵੇਂ ਇੱਕ ਰਾਜਾ ਹੈ ਨਾ, ਉਹ ਰਾਜ ਕਰਦਾ ਅਤੇ ਉਹਨੂੰ ਇੱਛਾ ਹੁੰਦੀ ਹੈ ਵੀ ਇਹ ਨਹੀਂ ਹੈ ਵੀ ਮੈਂ ਰਾਜਾ ਬਹੁਤ ਰੱਜ ਕੇ ਖਾ ਲਿਆ, ਨਹੀਂ, ਸਗੋਂ ਇੱਛਾ ਕਰਦਾ ਵੀ ਆ ਨਾਲ ਦੇ ਰਾਜ ਨੂੰ ਵੀ ਯੁੱਧ ਕਰਕੇ ਮੈਂ ਆਪਣੇ ਵਿੱਚ ਰਲਾ ਲਵਾਂ, ਇਹਦੇ 'ਤੇ ਵੀ ਰਾਜ ਕਰਾਂ, ਆਹ ਵੀ ਕਰਾਂ, ਆਹ ਵੀ ਕਰਾਂ। ਇਹਨੂੰ ਤ੍ਰਿਸ਼ਨਾ ਕਹਿੰਦੇ ਨੇ ਭਾਈ। ਅਤੇ ਫਿਰ ਜਦੋਂ ਅਸੀਂ ਨਾਮ ਜਪਾਂਗੇ, ਨਾਮ ਜਪਣ ਨਾਲ ਤ੍ਰਿਸ਼ਨਾ ਦੀ ਅੱਗ ਮਾਲਕ ਵੱਲੋਂ ਆਪੇ ਬੁਝਾ ਦਿੱਤੀ ਜਾਂਦੀ ਹੈ। ਅਤੇ ਫਿਰ ਨਾਮ ਜਪਣ ਵਾਲਾ ਸੌਖਾ ਕਿਉਂ ਹੈ? ਕਿਉਂਕਿ ਉਹਨੂੰ ਤ੍ਰਿਸ਼ਨਾ ਨਹੀਂ ਹੁੰਦੀ ਜੀ। ਤ੍ਰਿਸ਼ਨਾ ਕਰਕੇ ਮਨੁੱਖ ਭਟਕਦਾ ਹੈ, ਲਾਲਚ ਕਰਦਾ ਹੈ, ਭੱਜਾ ਫਿਰਦਾ ਹੈ, ਫਿਰ ਤਨ 'ਤੇ ਦੁੱਖ ਸਹਾਰਦਾ। ਨਾਮ ਜਪਣ ਵਾਲੇ ਨੂੰ ਜੋ ਮਿਲ ਗਿਆ ਉਹ ਉਸੇ ਦੇ ਵਿੱਚ ਖੁਸ਼ ਹੈ। ਇਸ ਕਰਕੇ ਪ੍ਰਮਾਤਮਾ ਆਪੇ ਆਪਣੇ ਪਿਆਰਿਆਂ ਦੀ ਤ੍ਰਿਸ਼ਨਾ ਰੂਪ ਅੱਗ ਬੁਝਾ ਦਿੰਦਾ ਹੈ। ਨਾਨਕ ਉਦਰੇ ਪ੍ਰਭ ਸ਼ਰਨਾਈ। ਜਦੋਂ ਪ੍ਰਭੂ ਦੀ ਸ਼ਰਨ ਵਿੱਚ ਆ ਜਾਵਾਂਗੇ ਤੇ ਸਾਡਾ ਉਧਾਰ ਹੋਵੇਗਾ। ਹੁਣ ਸ਼ਰਨਾਈ ਕੀ ਹੈ ਜੀ? ਇਹ ਸੁਣਿਓ। ਇਹਦਾ ਭਾਵ ਹੈ ਵੀ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਨਾ ਤੇ ਸਾਡਾ ਉਧਾਰ ਹੋਵੇਗਾ। ਹੁਣ ਸ਼ਰਨ ਕੀ ਹੈ ਇਹ ਵੀ ਸੁਣ ਲਿਓ। ਇੱਕ ਤਾਂ ਆਪਾਂ ਹੁਣ ਸਰੀਰ ਕਰਕੇ ਬੈਠੇ ਹਾਂ, ਆਪਾਂ ਕਹਿ ਸਕਦੇ ਹਾਂ ਵੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਬੈਠੇ ਹਾਂ, ਇਹ ਵੀ ਜ਼ਰੂਰੀ ਹੈ ਭਾਈ। ਇਹ ਨਹੀਂ ਹੈ ਵੀ ਇਹਦੇ ਤੋਂ ਬਿਨਾਂ। ਹੁਣ ਅਸਲ ਵਿੱਚ ਗੁਰਸਿੱਖ ਲਈ ਸ਼ਰਨ ਕੀ ਹੈ?
ਕਈ ਵਾਰੀ ਦੇਖੋ ਜੀ ਮਜਬੂਰੀ ਹੁੰਦੀ ਹੈ ਵੀ ਗੁਰਦੁਆਰੇ ਨਹੀਂ ਆਇਆ ਜਾਂਦਾ, ਅਸੀਂ ਕਿਸੇ ਸਫ਼ਰ 'ਚ ਗਏ ਆ ਜਾਂ ਕਿਤੇ ਵਾਹਿਗੁਰੂ ਨਾ ਕਰੇ ਕੋਈ ਐਸੀ ਥਾਂ 'ਤੇ ਉਲਝ ਗਏ ਕਿ ਗੁਰਦੁਆਰੇ ਨਾ ਜਾਇਆ ਜਾਵੇ, ਪਰ ਗੁਰੂ ਦਾ ਸਿੱਖ ਉੱਥੇ ਵੀ ਗੁਰੂ ਦੀ ਸ਼ਰਨ ਮਹਿਸੂਸ ਕਰ ਸਕਦਾ ਹੈ। ਪਤਾ ਕਿਵੇਂ? ਅਸਲ ਵਿੱਚ ਸ਼ਰਨ ਸ਼ਬਦ ਦੇ ਅੱਖਰੀ ਅਰਥ ਨੇ ਜੀ ਗੁਰੂ ਨੂੰ ਸਮਰਪਿਤ ਹੋਣਾ। ਸਮਰਪਿਤ ਦਾ ਭਾਵ ਸਮਝਦੇ ਹੋ ਵੀ ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹਰ ਵੇਲੇ ਗੁਰੂ ਦੀ ਗੱਲ ਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਔਰ ਗੁਰ ਮੇਰਾ ਸੰਗ ਸਦਾ ਹੈ ਨਾਲੇ। ਗੁਰੂ ਨੂੰ ਆਪਣੇ ਨਾਲ ਮਹਿਸੂਸ ਕਰਨਾ ਵੀ ਮੇਰਾ ਗੁਰੂ ਮੇਰੇ ਨਾਲ ਹੈ, ਮੇਰਾ ਗੁਰੂ ਮੇਰੇ ਨਾਲ ਹੈ। ਹਰ ਹੈ ਵੀ ਨਾਲ ਭਾਈ, ਉਹ ਇਹ ਵੀ ਗੱਲ ਨਹੀਂ ਹੈ। ਪਰਮਾਤਮਾ ਹਮੇਸ਼ਾ ਸਾਡੇ ਨਾਲ ਹੈ, ਸਾਡਾ ਗੁਰੂ ਸ਼ਬਦ ਰੂਪ ਹੋ ਕੇ ਸਾਡੇ ਨਾਲ ਹੈ ਭਾਈ। ਅੱਜ ਜਿਹਦੇ ਜਪਜੀ ਸਾਹਿਬ ਯਾਦ ਹੈ ਉਹ ਕਹਿ ਸਕਦਾ ਵੀ ਮੇਰੇ ਤੇ ਹਰ ਵੇਲੇ ਗੁਰੂ ਨਾਨਕ ਨਾਲ ਰਹਿੰਦਾ ਹੈ। ਜਿਹਦੇ ਬਾਣੀ ਯਾਦ ਹੈ ਉਹ ਹਰ ਵੇਲੇ ਗੁਰੂ ਨਾਨਕ ਉਹਦੇ ਨਾਲ ਰਹਿੰਦਾ ਹੈ ਭਾਈ। ਜਿਹਦੇ ਬਾਣੀ ਕੰਠ ਹੈ, ਜਿਹੜਾ ਹਰ ਵੇਲੇ ਬਾਣੀ ਪੜ੍ਹਦਾ ਸੁਣਦਾ। ਇਸ ਕਰਕੇ ਸ਼ਰਨ ਦਾ ਮਤਲਬ ਹੁੰਦਾ ਹੈ ਗੁਰੂ ਨੂੰ ਸਮਰਪਿਤ ਹੋਣਾ। ਅਤੇ ਜਿਹੜਾ ਸਿੱਖ ਗੁਰੂ ਨੂੰ ਸਮਰਪਿਤ ਹੈ ਨਾ ਭਾਈ, ਅਤੇ ਗੁਰੂ ਉਹਦੇ ਉੱਥੇ ਹੀ ਨਾਲ ਹੁੰਦਾ ਹੈ ਅਤੇ ਫਿਰ ਹਰ ਵੇਲੇ ਗੁਰੂ ਉਹਦੇ ਅੰਗ ਸੰਗ। ਉਹ ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨੂੰ ਸਾਰੇ ਪਾਸੇ ਗੁਰੂ ਦਿਸਦਾ ਹੈ। ਇਸ ਕਰਕੇ ਜਦੋਂ ਅਸੀਂ ਇਸ ਤਰ੍ਹਾਂ ਗੁਰੂ ਦੀ ਸ਼ਰਨ ਗ੍ਰਹਿਣ ਕਰ ਲਈ ਅਤੇ ਫਿਰ ਉਦੋਂ ਸਾਡਾ ਉਧਾਰ ਹੋ ਜਾਵੇਗਾ। ਸਾਰੀਆਂ ਸਿੱਖ ਸੰਗਤਾਂ ਦੇ ਵੱਡੇ ਭਾਗ ਜੋ ਵੀ ਮਾਈ ਭਾਈ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਪਹੁੰਚਦੇ ਹੋ, ਵੱਧ ਚੜ੍ਹ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਲਵਾਇਆ ਕਰੀਏ ਭਾਈ। ਕਥਾ ਦਾ ਸਮਾਂ ਸਮਾਪਤ ਹੈ। ਬੋਲਦਿਆਂ ਚਲਦਿਆਂ ਬੇਅੰਤ ਭੁੱਲਾਂ, ਗੁਰੂ ਔਰ ਗੁਰੂ ਕੀ ਸੰਗਤ ਖੇਵਾਂ ਜੋਗ ਹੈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।